ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਪੇਸ਼ ਨੇ ਪਹਿਲਾਂ ਝੁੜਵੀਆਂ ਖਬਰਾਂ। ਵਿਦਿਆਰਥੀਆਂ ਦਾ ਕਰਜ਼ਾ ਮਾਫ ਕਰੇਗਾ ਅਮਰੀਕਾ। ਅਮਰੀਕਾ 'ਚ ਵਿਦੇਸ਼ੀਆਂ ਦੇ ਦਾਖਲੇ ਤੇ ਪਾਬੰਦੀ 30 ਦਿਨ ਵਧੀ। ਜੋ ਬਾਈਡਨ ਨੇ ਰਾਸ਼ਟਰੀ ਸੁਰੱਖਿਆ ਟੀਮ ਨਾਲ ਅਫਗਾਨਿਸਤਾਨ ਮੁੱਦੇ ਸੰਬੰਧੀ ਕੀਤੀ ਮੁਲਾਕਾਤ। ਅਫਗਾਨਿਸਤਾਨ ਮਸਲਾ ਦੁਨੀਆ ਦੇ ਸਾਹਮਣੇ ਸਭ ਤੋਂ ਵੱਡਾ ਸੰਕਟ। ਜੋ ਬਾਈਡਨ ਜੇਲ੍ਹ ਤੋਂ ਨਿਕਲੇ ਅੱਤਵਾਦੀ ਕਰ ਸਕਦੇ ਨੇ ਹਮਲਾ, ਦੇਾਂਗੇ ਮੂੰਹ ਤੋੜ ਜਵਾਬ। ਜੋ ਬਾਈਡਨ ਅਫਗਾਨਿਸਤਾਨ ਵਿੱਚ ਫਸੇ 60 ਸਿੱਖਾਂ ਅਤੇ ਹਿੰਦੂਆਂ ਦਾ ਪਹਿਲਾ ਜਥਾ ਹੋਇਆ ਰਵਾਨਾ। ਸਰਬੱਤ ਦਾ ਭਲਾ ਟਰਸਟ ਵੱਲੋਂ ਮੁਹਾਲੀ ਵਿੱਚ ਸਥਾਪਿਤ ਨਵੇਂ ਆਕਸੀਜਨ ਪਲਾਂਟ ਦਾ ਉਦਘਾਟਨ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਬਾਈਡਨ ਪ੍ਰਸ਼ਾਸਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਗੰਭੀਰ ਰੂਪ ਨਾਲ ਦਿਵਿਆਂਗ 3 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਦਾ ਕਰਜ਼ਾ ਮੁਆਫ ਕਰੇਗਾ ਜੋ ਦਿਵਿਆਂਗਤਾ ਕਾਰਨ ਉਚਿਤ ਆਮਦਨ ਕਰਨ ਵਿੱਚ ਅਸਮਰਥ ਨੇ। ਸਿੱਖਿਆ ਵਿਭਾਗ ਮੁਤਾਬਕ ਇਸ ਕਦਮ ਦੇ ਤਹਿਤ ਅਮਰੀਕਾ ਨੇ 5.8 ਅਰਬ ਅਮਰੀਕੀ ਡਾਲਰ ਦਾ ਕਰਜ਼ਾ ਮੁਆਫ ਕਰਨਾ ਹੋਵੇਗਾ। ਸਿੱਖਿਆ ਸਕੱਤਰ ਮਿਗਵੇਲ ਕਾਰਡੋਨਾ ਨੇ ਇੱਕ ਬਿਆਨ ਵਿੱਚ ਕਿਹਾ, ਅਸੀਂ ਦਿਵਿਆਂਗਤਾ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਗੱਲ ਸੁਣੀ ਅਤੇ ਇਸ ਬਦਲਾਅ ਦੀ ਵਕਾਲਤ ਕਰਦੇ ਹਾਂ। ਅਸੀਂ ਇਸ ਫੈਸਲੇ ਤੇ ਅਮਲ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ। ਸਮੂਹ ਸਰਕਾਰ ਪੂਰੀ ਤਰ੍ਹਾਂ ਅਤੇ ਗੈਰ ਸਥਾਈ ਰੂਪ ਨਾਲ ਦਿਵਿਆਂਗ ਅਤੇ ਸੀਮਤ ਕਮਾਈ ਵਾਲੇ ਵਿਦਿਆਰਥੀਆਂ ਨੂੰ ਕਰਜ਼ ਵਿੱਚ ਰਾਹਤ ਦਿੰਦੀ ਹੈ, ਪਰ ਮੌਜੂਦ ਪ੍ਰਕਿਰਿਆ ਵਿੱਚ ਉਹਨਾਂ ਨੂੰ ਆਪਣੀ ਦਿਵਿਆਂਗਤਾ ਦੇ ਦਸਤਾਵੇਜ਼ ਪੇਸ਼ ਕਰਨੇ ਹੁੰਦੇ ਨੇ। ਨਾਲ ਹੀ ਉਹਨਾਂ ਨੂੰ ਇਹ ਸਾਬਤ ਕਰਨ ਲਈ 3 ਸਾਲ ਦੀ ਨਿਗਰਾਨੀ ਮਿਆਦ ਤੋਂ ਲੰਘਣਾ ਹੁੰਦਾ ਹੈ ਕਿ ਉਹਨਾਂ ਦੀ ਕਮਾਈ ਬਹੁਤ ਘੱਟ ਹੈ। ਕੈਨੇਡਾ ਸਰਕਾਰ ਭਾਵੇਂ ਅਮਰੀਕਾ ਵਾਸੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਚੁੱਕੀ ਹੈ, ਪਰ ਅਮਰੀਕਾ ਵੱਲੋਂ ਆਵਾਜਾਈ ਬੰਦਿਸ਼ਾਂ 30 ਦਿਨ ਹੋਰ ਵਧਾਉਣ ਦਾ ਐਲਾਨ ਕੀਤਾ ਜਾ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਅਮਰੀਕੀ ਕੈਨੇਡਾ ਦਾ ਬਾਰਡਰ 1 ਮਹੀਨਾ ਹੋਰ ਬੰਦ ਰੱਖਣ ਦਾ ਐਲਾਨ ਅੱਜ ਕੀਤਾ ਜਾ ਸਕਦਾ ਹੈ। ਅਮਰੀਕਾ ਵਿੱਚ ਕੋਰੋਨਾ ਮਰੀਜ਼ਾਂ ਦੀ ਲਗਾਤਾਰ ਵੱਧਦੀ ਗਿਣਤੀ ਨੂੰ ਬਾਰਡਰ ਬੰਦ ਰੱਖਣ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਹਾਲਾਂਕਿ ਅਮਰੀਕਾ ਦੇ ਸਰਹੱਦੀ ਰਾਜਾਂ ਦੇ ਸਿਆਸਤਦਾਨ ਬਾਰਡਰ ਤੁਰੰਤ ਖੋਲ੍ਹਣ ਦੀ ਮੰਗ ਕਰ ਰਹੇ ਨੇ, ਪਰ ਬਾਈਡਨ ਸਰਕਾਰ ਦੇ ਮੈਡੀਕਲ ਸਲਾਹਕਾਰ ਹਾਂ ਪੱਖੀ ਹੁੰਗਾਰਾ ਨਹੀਂ ਦੇ ਰਹੇ। ਦੱਸਦੀ ਹੈ ਕਿ ਦੁਨੀਆ ਦੀ ਸਭ ਤੋਂ ਲੰਬੀ ਜ਼ਮੀਨੀ ਸਰਹੱਦ ਖੋਲ੍ਹਣ ਲਈ ਪਹਿਲਾਂ ਜਸਟਿਨ ਟਰੂਡੋ ਉੱਪਰ ਦਬਾਅ ਪੈ ਰਿਹਾ ਸੀ, ਪਰ ਬੀਤੀ 9 ਅਗਸਤ ਤੋਂ ਕੈਨੇਡਾ ਨੇ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਸਨ। ਹੁਣ ਬਾਈਡਨ ਸਰਕਾਰ ਦਬਾਅ ਹੇਠ ਹੈ ਕਿਉਂਕਿ ਅਮਰੀਕਾ ਦੇ ਸਰਹੱਦੀ ਰਾਜਾਂ ਵਿੱਚ ਸੈਰ ਸਪਾਟਾ ਉਦਯੋਗ ਭਾਰੀ ਆਰਥਿਕ ਮਾਰ ਚੱਲ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਆਪਣੀ ਰਾਸ਼ਟਰੀ ਸੁਰੱਖਿਆ ਟੀਮ ਨਾਲ ਮੁਲਾਕਾਤ ਕਰਕੇ ਅਫਗਾਨਿਸਤਾਨ ਸੰਬੰਧੀ ਸੁਰੱਖਿਆ, ਡਿਪਲੋਮੈਟਿਕ ਅਤੇ ਖੂਫੀਆ ਜਾਣਕਾਰੀ ਦੇ ਬਾਰੇ ਵਿੱਚ ਚਰਚਾ ਕੀਤੀ। ਵਾਈਟ ਹਾਊਸ ਦੇ ਅਨੁਸਾਰ ਇਸ ਮੀਟਿੰਗ ਵਿੱਚ ਕਾਬੁਲ ਵਿਚਲੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੰਚਾਲਨ ਦੀ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ, ਜੋ ਕਿ DOD ਦੇ ਯਤਨਾਂ ਦੇ ਨਤੀਜੇ ਵਜੋਂ ਸੁਰੱਖਿਅਤ ਅਤੇ ਕਾਰਜਸ਼ੀਲ ਹੈ। ਇਸ ਮੀਟਿੰਗ ਵਿੱਚ ਰਾਸ਼ਟਰੀ ਸੁਰੱਖਿਆ ਟੀਮ ਨੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨੂੰ ਜਾਣਕਾਰੀ ਦਿੱਤੀ ਕਿ ਡਿਪਾਰਟਮੈਂਟ ਨੇ 14 ਅਗਸਤ ਤੋਂ 7000 ਲੋਕਾਂ ਨੂੰ ਅਤੇ ਜੁਲਾਈ ਦੇ ਅੰਤ ਤੋਂ 12000 ਲੋਕਾਂ ਨੂੰ ਅਫਗਾਨਿਸਤਾਨ ਵਿੱਚੋਂ ਕੱਢਿਆ ਹੈ। ਇਸ ਦੇ ਇਲਾਵਾ ਇੱਕ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਉਹਨਾਂ ਦੀ ਟੀਮ ਨੇ ਅਫਗਾਨਿਸਤਾਨ ਵਿੱਚ ISIS ਸਮੇਤ ਕਿਸੇ ਵੀ ਸੰਭਾਵਿਤ ਅੱਤਵਾਦੀ ਖਤਰੇ ਤੋਂ ਸੁਰੱਖਿਆ ਲਈ ਵੀ ਚਰਚਾ ਕੀਤੀ। ਅਮਰੀਕੀ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਇਸ ਮੀਟਿੰਗ ਵਿੱਚ ਸੈਕਟਰੀ ਬਲਿੰਕਨ, ਸੈਕਟਰੀ ਆਸਟਿਨ, ਚੇਅਰਮੈਨ ਮਿਲੀ, ਡਾਇਰੈਕਟਰ ਹੈਂਸ, ਡਾਇਰੈਕਟਰ ਬਰਨਸ, ਰਾਸ਼ਟਰੀ ਸੁਰੱਖਿਆ ਸਲਾਹਕਾਰ ਸੁਲੀਵਾਨ, ਅੰਬੈਸਡਰ ਵਿਲਸਨ, ਜਨਰਲ ਮੈਕੈਂਜੀ, ਐਡਮਿਰਲ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਸ਼ਾਮਲ ਸਨ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਅਫਗਾਨਿਸਤਾਨ ਦੇ ਤਾਜ਼ਾ ਹਾਲਾਤ ਤੇ ਦੇਸ਼ ਨੂੰ ਸੰਬੋਧਨ ਕੀਤਾ। ਇਹ 4 ਦਿਨ ਵਿੱਚ ਉਹਨਾਂ ਦਾ ਦੂਜਾ ਸੰਬੋਧਨ ਸੀ। ਇਸ ਦੌਰਾਨ ਬਾਈਡਨ ਨੇ ਕਿਹਾ ਕਿ ਇਸ ਸਮੇਂ ਦੁਨੀਆ ਦੇ ਸਾਹਮਣੇ ਵੱਡਾ ਸੰਕਟ ਖੜਾ ਹੈ। ਅਸੀਂ ਜੁਲਾਈ ਤੋਂ ਹੁਣ ਤੱਕ 18000 ਤੋਂ ਜ਼ਿਆਦਾ ਅਤੇ 14 ਅਗਸਤ ਦੇ ਬਾਅਦ ਤੋਂ ਲਗਭਗ 13000 ਲੋਕਾਂ ਨੂੰ ਕਾਬੁਲ ਤੋਂ ਕੱਢ ਚੁੱਕੇ ਹਾਂ। ਇਹ ਇਤਿਹਾਸ ਦਾ ਸਭ ਤੋਂ ਮੁਸ਼ਕਲ ਅਤੇ ਵੱਡਾ ਏਅਰਲਿਫਟ ਆਪਰੇਸ਼ਨ ਹੈ। ਤਾਲਿਬਾਨ ਲਈ ਵੀ ਉੱਥੋਂ ਦੇ ਹਾਲਾਤ ਬਹੁਤ ਚੰਗੇ ਨਹੀਂ ਨੇ। ਉਹਨਾਂ ਨੇ ਭਰੋਸਾ ਦਿੱਤਾ ਕਿ ਅਮਰੀਕਾ ਦੇ ਸਾਰੇ ਲੋਕਾਂ ਦੇ ਕੱਢਣ ਤੱਕ ਸਾਡੀ ਸੈਨਾ ਕਾਬੁਲ ਵਿੱਚ ਮੌਜੂਦ ਰਹੇਗੀ। ਬਾਈਡਨ ਨੇ ਕਿਹਾ, ਅਸੀਂ 20 ਸਾਲ ਤੱਕ ਅਫਗਾਨਿਸਤਾਨ ਦੇ ਨਾਲ ਕੰਮ ਕੀਤਾ। ਇਸ ਸਮੇਂ ਵੀ ਕਾਬੁਲ ਵਿੱਚ ਸਾਡੇ 6000 ਸੈਨਿਕ ਮੌਜੂਦ ਨੇ। ਜੇਕਰ ਤਾਲਿਬਾਨ ਅਮਰੀਕੀ ਸੈਨਾ ਤੇ ਹਮਲਾ ਕਰਦਾ ਹੈ ਤਾਂ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ। ਅਸੀਂ ਅਫਗਾਨਿਸਤਾਨ ਤੇ ਅਗਲੇ ਹਫ਼ਤੇ ਕੋਈ ਵੱਡਾ ਫੈਸਲਾ ਲਵਾਂਗੇ। ਸਾਡੇ ਜਵਾਨ ਕਾਬੁਲ ਏਅਰਪੋਰਟ ਦੀ ਸੁਰੱਖਿਆ ਕਰ ਰਹੇ ਨੇ। ਇਸ ਨਾਲ ਨਾ ਸਿਰਫ ਸੈਨਿਕ ਉਡਾਣਾਂ ਬਲਕਿ ਦੂਜੇ ਦੇਸ਼ਾਂ ਦੇ ਜਹਾਜ਼ਾਂ ਰਾਹੀਂ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ। IAS ਦੇ ਲੜਾਕੇ ਜ਼ਿਆਦਾ ਵੱਡਾ
ਖਤਰਾ ਹਨ। ਨਾਟੋ ਦੇ ਦੇਸ਼ ਅਮਰੀਕਾ ਦੇ ਨਾਲ ਖੜੇ ਹਨ। ਜੇਲ੍ਹ ਤੋਂ ਭਜਾਏ ਗਏ ਅੱਤਵਾਦੀ ਹਮਲਾ ਕਰ ਸਕਦੇ ਨੇ। ਇਹ ਮਿਸ਼ਨ ਬਹੁਤ ਖਤਰਨਾਕ ਹੈ। ਅਫਗਾਨਿਸਤਾਨ ਸੰਕਟ ਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਅਫਗਾਨਿਸਤਾਨ ਤੋਂ ਲੋਕਾਂ ਨੂੰ ਕੱਢਿਆ ਤਾਂ ਜਾ ਰਿਹਾ। ਹੁਣ ਤੱਕ 18,000 ਤੋਂ ਜ਼ਿਆਦਾ ਅਮਰੀਕੀ ਲੋਕਾਂ ਨੂੰ ਰੈਸਕਿਊ ਕੀਤਾ ਜਾ ਚੁੱਕਾ ਹੈ। ਅਸੀਂ ਇਸ ਦੇ ਲਈ ਉਡਾਣਾਂ ਦੀ ਗਿਣਤੀ ਵੀ ਵਧਾਈ ਹੈ। ਪਰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ, ਅਸੀਂ ਜੁਲਾਈ ਤੋਂ ਹੁਣ ਤੱਕ 18,000 ਤੋਂ ਜ਼ਿਆਦਾ ਲੋਕਾਂ ਅਤੇ ਲਗਭਗ 13,000 ਲੋਕਾਂ ਨੂੰ ਕੱਢ ਚੁੱਕੇ ਹਾਂ। ਜਦ ਤੋਂ 14 ਅਗਸਤ ਨੂੰ ਸਾਡੀ ਫੌਜ 에ਅਰਲਿਫਟ ਸ਼ੁਰੂ ਹੋਈ ਹੈ। ਉਹਨਾਂ ਨੇ ਕਿਹਾ ਇਕੱਲੇ 5,000 ਤੋਂ ਜ਼ਿਆਦਾ ਅਮਰੀਕੀ ਲੋਕਾਂ ਨੂੰ ਉੱਥੋਂ ਕੱਢਿਆ ਗਿਆ। ਲੋਕਾਂ ਨੂੰ ਸੁਰੱਖਿਅਤ ਕੱਢਣ ਦੇ ਇਸ ਮਿਸ਼ਨ ਬਾਰੇ ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਇਹ ਨਿਕਾਸੀ ਮਿਸ਼ਨ ਖਤਰਨਾਕ ਹੈ। ਇਸ ਵਿੱਚ ਹਥਿਆਰਬੰਦ ਬਲਾਂ ਲਈ ਜ਼ੋਖਿਮ ਸ਼ਾਮਲ ਹੈ ਅਤੇ ਇਸ ਨੂੰ ਬੇहद ਮੁਸ਼ਕਿਲ ਹਾਲਾਤਾਂ ਵਿੱਚ ਸੰਚਾਲਿਤ ਕੀਤਾ ਜਾ ਰਿਹਾ। ਮੈਂ ਵਾਅਦਾ ਨਹੀਂ ਕਰ ਸਕਦਾ ਕਿ ਅੰਤਿਮ ਨਤੀਜਾ ਕੀ ਹੋਵੇਗਾ, ਪਰ ਇਹ ਨੁਕਸਾਨ ਤੇ ਜ਼ੋਖਿਮ ਤੋਂ ਬਿਨਾਂ ਹੋਵੇਗਾ। ਅਫਗਾਨਿਸਤਾਨ ਦੇ ਗੁਰਦੁਆਰਾ ਸਿੰਘ ਸਭਾ ਵਿੱਚ ਮੌਜੂਦ 300 ਤੋਂ ਵੱਧ ਸਿੱਖਾਂ ਅਤੇ ਹਿੰਦੂਆਂ ਨੂੰ ਤਾਲਿਬਾਨੀਆਂ ਤੋਂ ਬਚਾ ਕੇ ਸੁਰੱਖਿਅਤ ਬਾਹਰ ਕੱਢਣ ਦੀ ਪ੍ਰਕਿਰਿਆ ਵੀਰਵਾਰ ਦੇਰ ਸ਼ਾਮ ਸ਼ੁਰੂ ਕਰ ਦਿੱਤੀ ਗਈ। 60 ਜਾਣਿਆਂ ਦੇ ਪਹਿਲੇ ਜਥੇ ਨੂੰ ਭਾਰਤ ਲਿਜਾਣ ਲਈ ਗੁਰਦੁਆਰਾ ਸਾਹਿਬ ਤੋਂ ਕਿਸੇ ਅਣਦੱਸੀ ਥਾਂ ਤੇ ਲਿਜਾਇਆ ਗਿਆ। ਹਾਲਾਂਕਿ ਅਫਗਾਨਿਸਤਾਨ ਦੇ ਸਿੱਖ ਅਤੇ ਹਿੰਦੂ ਭਾਰਤ ਨਹੀਂ ਜਾਣਾ ਚਾਹੁੰਦੇ ਅਤੇ ਕੈਨੇਡਾ ਜਾਂ ਅਮਰੀਕਾ ਭੇਜੇ ਜਾਣ ਦੀ ਮੰਗ ਕਰ ਰਹੇ ਨੇ। ਉਹਨਾਂ ਦੀ ਦਲੀਲ ਹੈ ਕਿ ਭਾਰਤ ਜਾ ਕੇ ਉਹਨਾਂ ਨੂੰ ਅਫਗਾਨਿਸਤਾਨ ਤੋਂ ਵੀ ਮਾੜੀ ਹਾਲਾਤ ਵਿੱਚ ਜ਼ਿੰਦਗੀ ਬਤੀਤ ਕਰਨੀ ਪਏਗੀ। ਅਣਦੱਸੀ ਥਾਂ ਤੇ ਲਿਜਾਏ ਗਏ ਸਿੱਖਾਂ ਅਤੇ ਹਿੰਦੂਆਂ ਵਿੱਚ ਅਫਗਾਨ ਸੰਸਦ ਦੇ ਉੱਪਰਲੇ ਸਦਨ ਦੀ ਮੈਂਬਰ ਅਨਾਰਕਲੀ ਕੌਰ ਅਤੇ ਹੇਠਲੇ ਸਦਨ ਦੇ ਮੈਂਬਰ ਨਰਿੰਦਰ ਸਿੰਘ ਖਾਲਸਾ ਵੀ ਸ਼ਾਮਲ ਸਨ। ਨਰਿੰਦਰ ਸਿੰਘ ਖਾਲਸਾ 2018 ਵਿੱਚ ਜਲਾਲਾਬਾਦ ਵਿਖੇ ਹੋਏ ਅੱਤਵਾਦੀ ਹਮਲੇ ਦੌਰਾਨ ਮਾਰੇ ਗਏ ਅਫਗਾਨ ਸਿੱਖ ਆਗੂ ਅਵਤਾਰ ਸਿੰਘ ਖਾਲਸਾ ਦੇ ਸਪੁੱਤਰ ਨੇ। ਬਿਨਾਂ ਕਿਸੇ ਤੋਂ ਇੱਕ ਵੀ ਪੈਸਾ ਇਕੱਠਾ ਕੀਤਿਆਂ ਆਪਣੀ ਜੇਬ ਚੋਂ ਹੀ ਕਰੋੜਾਂ ਰੁਪਏ ਖਰਚ ਕਰਕੇ ਮਿਸਾਲੀ ਸੇਵਾ ਨਿਭਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਡਾਕਟਰ SP ਸਿੰਘ ਉਬਰਾਏ ਵੱਲੋਂ ਡਾਕਟਰ BR ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ SAS ਨਗਰ ਨੂੰ ਦਾਨ ਵਿੱਚ ਦਿੱਤੇ ਗਏ ਆਕਸੀਜਨ ਪਲਾਂਟ 1000 LPM ਦਾ ਉਦਘਾਟਨ ਪੰਜਾਬ ਦੇ ਸਿਹਤ ਪਰਿਵਾਰ ਭਲਾਈ ਤੇ ਕਿਰਤ ਮੰਤਰੀ ਸਰਦਾਰ ਬਲਬੀਰ ਸਿੰਘ ਸਿੱਧੂ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੈਨੇਜਿੰਗ ਟਰਸਟੀ ਡਾਕਟਰ SP ਸਿੰਘ ਉਬਰਾਏ ਵੱਲੋਂ ਸਾਂਝੇ ਤੌਰ ਤੇ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਇਸ ਦੌਰਾਨ ਪੰਜਾਬ ਕੈਬਨਿਟ ਮੰਤਰੀ ਸਰਦਾਰ ਬਲਬੀਰ ਸਿੰਘ ਸਿੱਧੂ ਨੇ ਕੋਰੋਨਾ ਮਹਾਮਾਰੀ ਦੌਰਾਨ ਡਾਕਟਰ SP ਸਿੰਘ ਉਬਰਾਏ ਵੱਲੋਂ ਪੰਜਾਬ ਸਮੇਤ ਹੋਰਨਾਂ ਸੂਬਿਆਂ ਵਿੱਚ ਨਿਭਾਈਆਂ ਮਿਸਾਲੀ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਔਖੀ ਘੜੀ ਵੇਲੇ ਸਰਕਾਰ ਨੂੰ ਵੱਡਾ ਸਹਿਯੋਗ ਕਰਨ ਲਈ ਪੰਜਾਬ ਸਰਕਾਰ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕਰਦੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਡਾਕਟਰ ਉਬਰਾਏ ਵੱਲੋਂ ਨਿਭਾਈਆਂ ਜਾਂਦੀਆਂ ਨਿਸ਼ਕਾਮ ਸੇਵਾਵਾਂ ਦੀ ਬਦੌਲਤ ਸਮੁੱਚੀ ਪੰਜਾਬੀਅਤ ਦਾ ਮਾਣ ਪੂਰੀ ਦੁਨੀਆ ਅੰਦਰ ਵਧਿਆ ਹੈ। ਜ਼ਿਕਰਯੋਗ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੈਨੇਜਿੰਗ ਟਰਸਟ ਵੱਲੋਂ ਕਰੀਬ 2 ਮਹੀਨੇ ਪਹਿਲਾਂ ਸੂਬੇ ਵਿੱਚ 5 ਵੱਡੇ ਆਕਸੀਜਨ ਪਲਾਂਟ ਲਾਉਣ ਦੇ ਕੀਤੇ ਗਏ ਆਪਣੇ ਵਾਅਦੇ ਪੂਰੇ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਤੇ ਹਸਪਤਾਲ ਅੰਮ੍ਰਿਤਸਰ, ਬਾਬਾ ਫਰੀਦ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਫਰੀਦਕੋਟ, ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਅਤੇ ਡਾਕਟਰ BR ਅੰਬੇਦਕਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਮੁਹਾਲੀ ਵਿਖੇ 5 ਬਹੁ ਸਮਰੱਥਾ ਵਾਲੇ ਆਕਸੀਜਨ ਪਲਾਂਟ ਸਥਾਪਿਤ ਕਰ ਦਿੱਤੇ ਨੇ, ਜਿਨ੍ਹਾਂ ਚੋਂ ਬਾਬਾ ਫਰੀਦ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਲੱਗੇ 2 ਆਕਸੀਜਨ ਪਲਾਂਟਾਂ ਦਾ ਉਦਘਾਟਨ ਪਹਿਲਾਂ ਹੀ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਤੇ ਉਹਨਾਂ ਵੱਲੋਂ ਫਰੀਦਕੋਟ ਵਿਖੇ ਪਹੁੰਚ ਕੇ ਰਸਮੀ ਤੌਰ ਤੇ ਕਰ ਦਿੱਤਾ ਗਿਆ। ਤੀਸਰੇ ਆਕਸੀਜਨ ਪਲਾਂਟ ਦਾ ਉਦਘਾਟਨ ਵੀ ਪਿਛਲੇ ਦਿਨੀ ਮੈਂਬਰ ਲੋਕ ਸਭਾ ਗੁਰਜੀਤ ਸਿੰਘ ਔਜਲਾ ਅਤੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਸਾਂਝੇ ਰੂਪ ਵਿੱਚ ਟਰਸਟ ਮੁਖੀ ਡਾਕਟਰ SP ਸਿੰਘ ਉਬਰਾਏ ਦੀ ਮੌਜੂਦਗੀ ਵਿੱਚ ਕੀਤਾ ਗਿਆ, ਜਦੋਂ ਕਿ ਬਾਕੀ ਬਚਦੇ ਇੱਕ ਆਕਸੀਜਨ ਪਲਾਂਟ ਦਾ ਉਦਘਾਟਨ ਵੀ ਜਲਦ ਕੀਤਾ ਜਾਵੇਗਾ। ਇਸ ਸਮੇਂ ਬੋਲਦਿਆਂ ਡਾਕਟਰ ਉਬਰਾਏ ਨੇ ਕਿਹਾ ਕਿ ਜਦੋਂ ਤੋਂ ਕੋਰੋਨਾ ਮਹਾਮਾਰੀ ਸ਼ੁਰੂ ਹੋਈ ਹੈ, ਉਦੋਂ ਤੋਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਲੋਕਾਂ ਨੂੰ ਜਿੱਥੇ ਮੈਡੀਕਲ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ, ਉੱਥੇ ਹੀ ਡਾਕਟਰਾਂ ਦੀਆਂ ਟੀਮਾਂ ਨੂੰ ਡਾਕਟਰੀ ਜੰਤਰ ਵੀ ਮੁਹੱਈਆ ਕਰਵਾਏ ਗਏ। ਉਹਨਾਂ ਨੇ ਕਿਹਾ ਕਿ ਉਸ ਸਮੇਂ ਲੋਕਾਂ ਨੂੰ ਰਾਸ਼ਨ ਦੀ ਨਹੀਂ, ਵੈਂਟੀਲੇਟਰਾਂ ਅਤੇ ਆਕਸੀਜਨ ਕੰਸਨਟ੍ਰੇਟਰਾਂ ਦੀ ਲੋੜ ਸੀ। ਉਹਨਾਂ ਨੇ ਵੀ ਕਿਹਾ ਕਿ ਟਰਸਟ ਦੀ ਸੇਵਾਵਾਂ ਲਗਾਤਾਰ ਜਾਰੀ ਰੱਖੀਆਂ ਜਾਣਗੀਆਂ। ਤੁਹਾਨੂੰ ਦੱਸ ਦਈਏ ਕਿ ਟਰਸਟ ਵੱਲੋਂ ਸਥਾਪਿਤ ਕੀਤਾ ਗਿਆ ਨਾਮਵਰ ਵਿਦੇਸ਼ੀ ਕੰਪਨੀ ਦਾ ਬਣਿਆ ਹਰੇਕ ਅਤ ਆਧੁਨਿਕ ਪਲਾਂਟ 1 ਮਿੰਟ ਵਿੱਚ 1000 ਲੀਟਰ ਆਕਸੀਜਨ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ। ਇਨ੍ਹਾਂ ਪਲਾਂਟਾਂ ਦੁਆਰਾ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੇ ਬੈੱਡਾਂ ਤੇ ਸਿੱਧੀ ਆਕਸੀਜਨ ਦੀ ਸਪਲਾਈ ਦਿੱਤੀ ਜਾਂਦੀ ਹੈ, ਪਰ ਉਹਨਾਂ ਵੱਲੋਂ ਇਹਨਾਂ ਸਾਰੇ ਪਲਾਂਟਾਂ ਤੇ ਵਿਸ਼ੇਸ਼ ਬੂਸਟਰ ਵੀ ਲਗਵਾਏ ਗਏ ਨੇ ਤਾਂ ਜੋ ਲੋੜ ਪੈਣ ਤੇ ਸਿਲੰਡਰ ਵੀ ਭਰੇ ਜਾ ਸਕਣ। ਇਹਨਾਂ 5 ਆਕਸੀਜਨ ਪਲਾਂਟਾਂ ਰਾਹੀਂ ਹਰ ਰੋਜ਼ 1500 ਸਿਲੰਡਰ ਭਰੇ ਜਾ ਸਕਦੇ ਨੇ।
ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਵੀਰਵਾਰ ਨੂੰ ਇੱਕ ਵਿਅਕਤੀ ਵੱਲੋਂ ਕੈਪੀਟਲ ਦੀਆਂ ਸਰਕਾਰੀ ਇਮਾਰਤਾਂ ਕੋਲ ਆਪਣੇ ਪਿਕਅਪ ਟਰੱਕ ਵਿੱਚ ਬੰਬ ਹੋਣ ਦੀ ਅਫਵਾਹ ਫੈਲਾ ਕੇ ਇੱਕ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਗਿਆ। ਇਸ ਆਦਮੀ ਦੁਆਰਾ ਬੰਬ ਦੀ ਧਮਕੀ ਦੇਣ ਉਪਰੰਤ ਪੁਲਿਸ ਦੁਆਰਾ ਕਈ ਸਰਕਾਰੀ ਇਮਾਰਤਾਂ ਨੂੰ ਵੀਰਵਾਰ ਸਵੇਰੇ ਖਾਲੀ ਕਰਵਾਇਆ ਗਿਆ। ਪੁਲਿਸ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਬੰਬ ਦੀ ਧਮਕੀ ਦੇਣ ਵਾਲੇ ਉੱਤਰੀ ਕੈਰੋਲੀਨਾ ਦੇ 49 ਸਾਲਾ ਫਲਾਈਡ ਰੇ ਰੋਜ਼ਬੇਰੀ ਨਾਮ ਦੇ ਵਿਅਕਤੀ ਨੇ ਵੀਰਵਾਰ ਦੁਪਹਿਰ ਨੂੰ ਆਤਮ ਸਮਰਪਣ ਕਰ ਦਿੱਤਾ ਸੀ ਅਤੇ ਉਹ ਹੁਣ ਹਿਰਾਸਤ ਵਿੱਚ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਟਰੱਕ ਵਿੱਚੋਂ ਕਿਸੇ ਤਰ੍ਹਾਂ ਦਾ ਵਿਸਫੋਟਕ ਉਪਕਰਨ ਨਹੀਂ ਮਿਲਿਆ, ਪਰ ਉਹਨਾਂ ਨੇ ਸੰਭਾਵਤ ਬੰਬ ਬਣਾਉਣ ਵਾਲੀ ਸਮੱਗਰੀ ਨੂੰ ਜ਼ਬਤ ਕੀਤਾ। ਕੈਪੀਟਲ ਪੁਲਿਸ ਨੇ ਦੱਸਿਆ ਕਿ ਰੋਜ਼ਬੇਰੀ ਨੇ ਆਪਣਾ ਪਿਕਅਪ ਟਰੱਕ ਕਾਂਗਰਸ ਦੀ ਲਾਇਬ੍ਰੇਰੀ ਦੇ ਸਾਹਮਣੇ ਕਈ ਘੰਟਿਆਂ ਤੋਂ ਖੜਾ ਕਰਕੇ ਰੱਖਿਆ ਸੀ ਅਤੇ ਉਸਨੇ ਇਹ ਵੀ ਕਿਹਾ ਸੀ ਕਿ ਉਸ ਕੋਲ ਵਿਸਫੋਟਕ ਉਪਕਰਨ ਨੇ। ਇਸ ਦੇ ਇਲਾਵਾ ਅਧਿਕਾਰੀਆਂ ਨੇ ਕਿਹਾ ਕਿ ਉਸਦੇ ਹੱਥ ਵਿੱਚ ਇੱਕ ਡੈਟੋਨੇਟਰ ਫੜਿਆ ਵੀ ਜਾਪਦਾ ਸੀ। ਇਸ ਦੌਰਾਨ ਪੁਲਿਸ ਨੇ ਵਾਈਟ ਬੋਰਡ ਤੇ ਲਿਖ ਕੇ ਰੋਜ਼ਬੇਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਜਦਕਿ ਕੁਝ ਸਮੇਂ ਪਿੱਛੋਂ ਰੋਜ਼ਬੇਰੀ ਆਪਣੇ ਟਰੱਕ ਤੋਂ ਬਾਹਰ ਨਿਕਲ ਆਇਆ ਅਤੇ ਬਿਨਾਂ ਕਿਸੇ ਹਿੰਸਕ ਘਟਨਾ ਦੇ ਆਤਮ ਸਮਰਪਣ ਕਰ ਦਿੱਤਾ। ਪੁਲਿਸ ਅਨੁਸਾਰ ਇਹ ਅਜੇ ਅਣਜਾਣ ਹੈ ਕਿ ਅਜਿਹਾ ਕਰਨ ਪਿੱਛੇ ਉਸਦਾ ਉਦੇਸ਼ ਕੀ ਹੋ ਸਕਦਾ ਸੀ। ਇਸ ਘਟਨਾ ਦੌਰਾਨ ਪੁਲਿਸ ਨੇ ਸੁਰੱਖਿਆ ਦੇ ਉਦੇਸ਼ ਨਾਲ ਕੈਨਨ ਹਾਊਸ ਆਫਿਸ ਬਿਲਡਿੰਗ, ਇੱਕ ਕਾਂਗਰਸ ਦੇ ਦਫ਼ਤਰ ਦੀ ਇਮਾਰਤ ਨੂੰ ਖਾਲੀ ਕੀਤਾ ਗਿਆ। ਇਸ ਦੇ ਇਲਾਵਾ ਕਾਂਗਰਸ ਲਾਇਬ੍ਰੇਰੀ ਅਤੇ ਸੁਪਰੀਮ ਕੋਰਟ ਦੀ ਇਮਾਰਤ ਨੂੰ ਵੀ ਖਾਲੀ ਕਰਵਾ ਲਿਆ ਗਿਆ ਸੀ। ਅਮਰੀਕਾ ਵਿੱਚ ਜ਼ਿਆਦਾਤਰ ਸਕੂਲਾਂ ਦੁਆਰਾ ਵਿਅਕਤੀਗਤ ਕਲਾਸਾਂ ਨੂੰ ਸ਼ੁਰੂ ਕੀਤੇ ਜਾਣ ਦੇ ਬਾਅਦ ਵੱਡੀ ਗਿਣਤੀ ਵਿੱਚ ਵਿਦਿਆਰਥੀ ਵਾਇਰਸ ਦਾ ਸ਼ਿਕਾਰ ਹੋ ਰਹੇ ਨੇ। ਵਾਇਰਸ ਦੀ ਲਾਗ ਦੇ ਚਲਦਿਆਂ ਮਿਸੀਸਿਪੀ ਸਟੇਟ ਵਿੱਚ 20,000 ਤੋਂ ਵੱਧ ਵਿਦਿਆਰਥੀ ਵਿਅਕਤੀਗਤ ਕਲਾਸਾਂ ਦੇ ਪਹਿਲੇ ਹਫ਼ਤੇ ਦੇ ਬਾਅਦ ਇਕਾਂਤਵਾਸ ਹੋਏ ਨੇ। ਮਿਸੀਸਿਪੀ ਵਿੱਚ ਸਭ ਤੋਂ ਘੱਟ ਕਰੋਨਾ ਟੀਕਾਕਰਨ ਦਰ ਹੈ। ਮਿਸੀਸਿਪੀ ਵਿੱਚ ਪਿਛਲੇ ਹਫ਼ਤੇ ਇੱਕ 13 ਸਾਲਾ 8ਵੀਂ ਜਮਾਤ ਦੇ ਬੱਚੇ ਦੀ ਵਾਇਰਸ ਲਈ ਪੋਜ਼ਿਟਿਵ ਟੈਸਟ ਕਰਨ ਤੋਂ ਬਾਅਦ ਮੌਤ ਵੀ ਹੋ ਗਈ। ਸੂਬੇ ਵਿੱਚ ਕੁੱਲ ਸਕੂਲ ਪਿਛਲੇ ਹਫ਼ਤੇ ਦੁਬਾਰਾ ਖੋਲੇ ਗਏ ਸਨ ਅਤੇ ਹੁਣ ਤੱਕ ਤਕਰੀਬਨ 4,521 ਵਿਦਿਆਰਥੀਆਂ ਨੇ ਕੋਵਿਡ-19 ਲਈ ਪੋਜ਼ਿਟਿਵ ਟੈਸਟ ਕੀਤੇ, ਜਿਸ ਕਾਰਨ 9 ਅਗਸਤ ਤੋਂ 13 ਅਗਸਤ ਤੱਕ ਇਕੱਤਰ ਕੀਤੇ ਅੰਕੜਿਆਂ ਅਨੁਸਾਰ 800 ਤੋਂ ਵੱਧ ਸਕੂਲਾਂ ਵਿਚਲੇ 20,334 ਵਿਦਿਆਰਥੀਆਂ ਨੂੰ ਵਾਇਰਸ ਦੇ ਐਕਸਪੋਜ਼ਰ ਕਾਰਨ ਇਕਾਂਤਵਾਸ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਟੇਟ ਦੇ ਅੰਕੜਿਆਂ ਅਨੁਸਾਰ ਪਿਛਲੇ ਹਫ਼ਤੇ 948 ਅਧਿਆਪਕਾਂ ਅਤੇ ਹੋਰ ਸਟਾਫ ਨੇ ਵੀ ਸਕਾਰਾਤਮਕ ਟੈਸਟ ਕੀਤੇ ਹੋਣ ਕਾਰਨ 1,463 ਲੋਕਾਂ ਨੂੰ ਐਕਸਪੋਜ਼ਰ ਕਾਰਨ ਅਲੱਗ ਰੱਖਿਆ ਗਿਆ ਸੀ। ਗਵਰਨਰ ਟੈਡ ਰੀਵੇਜ਼ ਨੇ ਸਕੂਲਾਂ ਵਿੱਚ ਫੇਸ ਮਾਸਕ ਲਾਜ਼ਮੀ ਨਹੀਂ ਕੀਤੇ ਹਨ। ਹਾਲਾਂਕਿ ਇਸ ਸੰਬੰਧੀ ਸਕੂਲ ਜ਼ਿਲ੍ਹਿਆਂ ਨੂੰ ਆਪਣੇ ਲਈ ਫੈਸਲਾ ਕਰਨ ਦਾ ਅਧਿਕਾਰ ਦਿੱਤਾ ਹੈ। ਲੋਵਾ ਰਾਜ ਵਿੱਚ ਨਸਲੀ ਨਫ਼ਰਤ ਕਰਨ 2 ਬੱਚਿਆਂ ਨੂੰ ਆਪਣੀ ਕਾਰ ਹੇਠ ਦੇ ਕੇ ਮਾਰਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਲੋਵਾ ਰਾਜ ਦੀ ਔਰਤ ਨੂੰ ਇੱਕ ਸੰਘੀ ਅਦਾਲਤ ਨੇ 25 ਸਾਲ ਕੈਦ ਦੀ ਸਜ਼ਾ ਸੁਣਾਈ। 43 ਸਾਲਾ ਨਿਕੋਲ ਪੂਲ ਨੇ ਮੰਨਿਆ ਕਿ ਉਸਦਾ ਵਿਸ਼ਵਾਸ ਸੀ ਕਿ ਬੱਚੇ ਮੈਕਸੀਕਨ, ਮੱਧ ਪੂਰਬ ਜਾਂ ਅਫਰੀਕੀ ਮੂਲ ਦੇ ਨੇ, ਇਸ ਲਈ ਉਸਨੇ ਉਹਨਾਂ ਨੂੰ ਮਾਰਨ ਦਾ ਯਤਨ ਕੀਤਾ। ਇਸ ਸਾਲ ਅਪ੍ਰੈਲ ਵਿੱਚ ਉਸਨੇ ਆਪਣਾ ਦੋਸ਼ ਕਬੂਲ ਕਰ ਲਿਆ। ਇਸਤਿਗਾਸਾ ਧਿਰ ਅਨੁਸਾਰ ਪੂਲ ਨੇ ਜਾਣਬੁੱਝ ਕੇ ਇੱਕ 12 ਸਾਲਾ ਸ਼ਾਫਿਆਮ ਲੜਕੇ ਉੱਪਰ ਆਪਣੀ ਕਾਰ ਚੜਾ ਦਿੱਤੀ। ਹਾਲਾਂਕਿ ਲੜਕੇ ਦੇ ਮਾਮੂਲੀ ਜ਼ਖਮ ਆਏ ਸਨ। ਇਸ ਤੋਂ 1 ਘੰਟੇ ਬਾਅਦ ਉਸਨੇ 14 ਸਾਲਾ ਲੜਕੀ ਨਤਾਲੀਆ ਮਿਰਾਂਡਾ ਨੂੰ ਉਸ ਸਮੇਂ ਆਪਣੀ ਕਾਰ ਹੇਠਾਂ ਦੇ ਕੇ ਮਾਰਨ ਦਾ ਯਤਨ ਕੀਤਾ ਜਦੋਂ ਉਹ ਬਾਸਕਟਬਾਲ ਖੇਡਣ ਜਾ ਰਹੀ ਸੀ। ਫ੍ਰੈਂਕਲਿਨ ਨੇ ਪੁਲਿਸ ਕੋਲ ਮੰਨਿਆ ਕਿ ਉਸਦਾ ਵਿਸ਼ਵਾਸ ਸੀ ਕਿ ਲੜਕੀ ਮੈਕਸੀਕਨ ਹੈ। ਨਿਆਂ ਵਿਭਾਗ ਦੀ ਮਨੁੱਖੀ ਹੱਕਾਂ ਬਾਰੇ ਡਿਵੀਜ਼ਨ ਦੇ ਅਸਿਸਟੈਂਟ ਅਟਾਰਨੀ ਜਨਰਲ ਕ੍ਰਿਸਟਨ ਕਲਾਰਕ ਨੇ ਕਿਹਾ ਕਿ ਇਸ ਕਿਸਮ ਦੀ ਨਸਲੀ ਹਿੰਸਾ ਤੇ ਨਫ਼ਰਤ ਲਈ ਦੇਸ਼ ਵਿੱਚ ਕੋਈ ਥਾਂ ਨਹੀਂ ਤੇ ਨਿਆਂ ਵਿਭਾਗ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰ ਸਕਦਾ। ਅਦਾਲਤ ਵਿੱਚ ਹਾਲਾਂਕਿ ਬਚਾਅ ਪੱਖ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਪੂਲ ਫ੍ਰੈਂਕਲਿਨ ਨੂੰ ਦਿਮਾਗ ਨਾਲ ਸੰਬੰਧਿਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ, ਪਰ ਅਦਾਲਤ ਨੇ ਇਹ ਦਲੀਲ ਰੱਦ ਕਰ ਦਿੱਤੀ। ਅਮਰੀਕਾ ਦੀ ਅਗਵਾਈ ਵਾਲੇ ਫੌਜੀ ਸੰਗਠਨ ਨਾਟੋ ਕਾਬੁਲ ਏਅਰਪੋਰਟ ਨੂੰ ਆਪਣੇ ਕਬਜ਼ੇ ਵਿੱਚ ਬਣਾਈ ਰੱਖਣਾ ਚਾਹੁੰਦਾ ਹੈ। ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਵਰਚੁਅਲ ਮੀਟਿੰਗ ਵਿੱਚ ਇਸ ਸੰਬੰਧੀ ਫੈਸਲਾ ਕੀਤਾ। ਕਾਬੁਲ ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਜੇ ਤੱਕ ਨਾਟੋ ਦੇਸ਼ਾਂ ਦੇ 18,000 ਤੋਂ ਵੱਧ ਨਾਗਰਿਕ ਉੱਥੋਂ ਬਾਹਰ ਕੱਢੇ ਜਾ ਚੁੱਕੇ ਨੇ। ਇਸ ਤੋਂ ਕਈ ਗੁਣਾ ਵੱਧ ਵਿਦੇਸ਼ੀ ਨਾਗਰਿਕ ਅਜੇ ਕਾਬੁਲ ਦੇ ਵੱਡੇ ਸ਼ਹਿਰਾਂ 'ਚ ਮੌਜੂਦ ਨੇ। ਅਮਰੀਕਾ ਨੂੰ ਵੀ ਨਹੀਂ ਪਤਾ ਕਿ ਅਜੇ ਉਹਨਾਂ ਦੇ ਕਿੰਨੇ ਨਾਗਰਿਕ ਅਫਗਾਨਿਸਤਾਨ 'ਚ ਮੌਜੂਦ ਨੇ। ਨਾਟੋ ਨੇ ਤਾਲਿਬਾਨ ਤੋਂ ਵਿਦੇਸ਼ੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ 'ਚ ਸਹਿਯੋਗ ਦੇਣ ਦੀ ਅਪੀਲ ਕੀਤੀ। ਅਫਗਾਨਿਸਤਾਨ ਦੇ 95% ਇਲਾਕੇ ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਦੇਸ਼ ਦੀਆਂ ਜ਼ਮੀਨਾਂ ਸਰਹੱਦਾਂ ਤੋਂ ਆਵਾਜਾਈ ਰੋਕ ਦਿੱਤੀ ਹੈ। ਇਸ ਲਈ ਦੇਸ਼ ਤੋਂ ਬਾਹਰ ਜਾਣ ਲਈ ਕਾਬੁਲ ਹਵਾਈ ਅੱਡੇ ਹੀ ਇੱਕੋ ਇੱਕ ਜ਼ਰੀਆ ਬਚਿਆ ਹੈ। ਇਸ ਹਵਾਈ ਅੱਡੇ ਤੇ ਅਮਰੀਕੀ, ਬਰਤਾਨੀਆ ਤੇ ਤੁਰਕੀ ਦੇ ਫੌਜੀਆਂ ਦਾ ਕੰਟਰੋਲ ਹੈ। ਇਹਨਾਂ 'ਚ ਸਭ ਤੋਂ ਵੱਧ 5,800 ਫੌਜੀ ਅਮਰੀਕਾ ਦੇ ਨੇ। ਨਾਟੋ ਦੇ ਜਨਰਲ ਸਕੱਤਰ ਜੇਨਸ ਨੇ ਕਾਬੁਲ ਹਵਾਈ ਅੱਡੇ ਤੇ ਕਬਜ਼ਾ ਬਣਾਈ ਰੱਖਣ ਲਈ 3 ਦੇਸ਼ਾਂ ਦਾ
शुक्रिया अदा किया है। हवाई अड्डे के बाहर पूरे काबुल ते तालिबान का कंट्रोल है। दस्सिया गया है कि काबुल एयरपोर्ट के बाहर अफगानिस्तान छड्ड के जाण दे इच्छुक लोगों की भीड़ लगी हुई है। तालिबान लड़ाके उन्होंने हटाउण की कोशिश विच हवाई फायरिंग भी करते रहंदे ने। संयुक्त राज्य अमेरिका के साबका राष्ट्रपति ट्रंप जो तालिबान के अफगानिस्तान जितन तो बाद लगातार जो बाइडन प्रशासन से हमलावार हैं, उन्होंने हुण अफगानिस्तान के साबका राष्ट्रपति अशरफ गनी ते रज के पड़ास कढ़ी। ट्रंप ने अशरफ गनी नूं एक बदमाश आदमी करार दिता। इस दे नाल ही अशरफ गनी ने अमेरिका के मौजूदा राष्ट्रपति बाइडन कोलों अस्तीफा देने की मांग की है। तालिबान के राजधानी काबुल ते कब्जा करने तो बाद 15 अगस्त नूं अफगानिस्तान तो भजे अशरफ गनी नूं अपने देश के लोगों नूं छड्डण दे लई कौमांतरी आलोचना का सामना करना पै रहा। उन्हां दे खिलाफ कई दोष सामने आए ने, जिस विच कारां अते कैश नाल भरिया एक हैलीकॉप्टर लैके काबुल तो भज जाना सब तो वड्डा दोष है। रूसी खुफिया एजेंसी ने दावा किया कि अशरफ गनी ने अफगानिस्तान के सरकारी खजाने तो 169 मिलियन ट्रिलियन डॉलर की चोरी की ते फिर देश नूं छड्डिया। फॉक्स न्यूज़ नूं दिते इंटरव्यू दौरान ट्रंप ने अशरफ गनी नूं अफगानिस्तान के मौजूदा हालात नूं लैके निशाना साधिया है अते उन्होंने एक तरह नाल जिम्मेवार ठहराया। ट्रंप ने इंटरव्यू दौरान कहा कि उन्हें अशरफ गनी के उपर कदे भरोसा नहीं सी। उन्होंने कहा कि मेरा मनना है कि गनी साफ तौर पर एक बदमाश आदमी है। उन्होंने अपना सारा ध्यान साडे सैनेटरां दे नाल खाना खाण अते उन्हां अपने पाले विच करन दी कोशिश करते हुए बताया। ट्रंप ने कहा कि साडे सैनेटर हमेशा अशरफ गनी दी पॉकेट विच रहिंदे सी। ट्रंप ने अशरफ गनी ते कई सनसनीखेज दोष लगाए ने। उन्होंने कहा कि वह कई तरह दी हत्या तो बच के निकल गए। हालांकि ट्रंप ने स्पष्ट नहीं किया कि उन्हां दा हत्या दे तरीकिਆਂ ਨੂੰ ਲੈ ਕੇ ਕੀ मतलब है ਜਾਂ फिर इन्हां दे दोषां दे मायने की ने। ट्रंप ने कहा कि मैनूं शक है कि अशरफ गनी पैसे लैके ही बचे होंगे। कैनेडा के प्रधानमंत्री जस्टिन ट्रूडो ने ऐलान किया है कि कैनेडियन आर्म्ड फोर्सेस ने अफगानिस्तान लिए उड़ाना दोबारा शुरू कर दित्तियां ने। समाचार एजेंसी शिन्हुआ की रिपोर्ट मुताबक वीरवार नूं एक बयान विच ट्रूडो ने कहा कि CAF की संपत्ति अते कर्मचारी अमेरिका अते होर सहयोगी भाईवालां दे नाल रणनीतिक पद्धर ते तालमेल करन लई अफगानिस्तान विच पहुंच चुके ने, जिस नाल कैनेडियनां अफगानियां अते उन्हां दे परिवारां नूं सुरक्षा मिल सकेगी। ट्रूडो ने कहा कि 2 CAFCC 177 जहाज निकासी दे यत्नां नूं समर्थन देण लई काबुल विच नियमित उड़ाणा भरनगे। उन्होंने कहा साडी सरकार उन्हां अफगानां दी मदद करन लई वचनबद्ध है जिन्हां ने कैनेडा दी मदद कीती। उन्होंने कहा हुण जमीनी पद्धर ते कर्मचारी हन अते प्रक्रिया विच सहायता लई साडे कोल अज बाद विच होर कर्मचारी पहुंचणगे। CTV न्यूज़ की रिपोर्ट अनुसार उन्हां अफगान विच साबका दुभाषीय अते सहायक स्टाफ दे नाल-नाल उन्हां दे परिवार भी शामिल हन जो तालिबान की गिरफ्तारी जां कैनेडियन फौज अते होर संगठनां दे नाल काम करन करके खतरे विच ने। रखिया विभाग दी बुलारन जैसिका ने वीरवार नूं कहा सी कि C-17 नूं उन्हां यात्रियों की वध तो वध संख्या लई पुनर्गठित किया गया है जिन्हां नूं ओह लिजा सकते ने अते उन्होंने काबुल दे अंदर अते बाहर उड़ान भरनी शुरू कर दी है। लामिरांडे ने अगे कहा साडी CAF टीमां नूं जांच अते कमजोर व्यक्तियों की सूची दी जाएगी अते उड़ाणा विच उन्हां व्यक्तियों की सहायता की जाएगी। इन्हां उड़ाणा विच विदेशी अते अफगान नागरिक होने की उम्मीद की जा सकती है जिन्हां नूं दूजे देशों के इमीग्रेशन प्रोग्रामां दे अधीन स्वीकार किया गया। बीते दिन तड़के वेले एक पंजाबी नौजवान जदों युवा सिटी के आड़ूआं दे एक फार्म चों अपना काम मुका के घर जाण लई तैयार खड़ा सी तां मैक्सीको मूल दे एक कामे सरजियो उचियो दे पिकअप ट्रक ते ट्रेलर विचकार आके बुरी तरह कुचलिया गया। नौजवान मौके ते ही अपनी जान तो हाथ तो बैठा। दस्सिया जांदा है कि 24 साला नौजवान वरिंदर सिंह रात नूं कार्ल्स रोड ते स्थित आड़ूआं दे एक फार्म ते देर रात दी ड्यूटी करके वेला होया सी कि अचानक ये भाणा वरत गया। स्थानिक पुलिस ने मौके ते पहुंच के जांच आरंभ दी ते लाश कब्जे विच लै लई। कथित दोषी नूं गिरफ्तार कर लिया गया है। गन्ने की कीमत बढ़ाउण दी मंग नूं लै के किसानां दा विरोध जारी है। किसानां ने रामा मंडी तो लुधियाना वल जलंधर दिल्ली कौमी मार्ग नूं बंद कर दिता। इस दे नाल ही धनौली फाटक ते रेलवे ट्रैक भी जाम है। अजिही स्थिति विच पंजाब रोडवेज ने बस सेवा भी बंद कर दी है। किसानां दे जाम कारण 23 रेल गड्डियां प्रभावित हुई। 12 रेल गड्डियां रद्द कर दित्तियां गईयां। रखड़ी का तिहार भी है अते जाम कारण पूरे शहर विच हंगामा भी। इस दे मद्देनजर गन्ना कमिश्नर शनिवार नूं जलंधर पहुंच रहे ने। कैप्टन सरकार ने गन्ने दे MSP विच 15 रुपए का वाधा किया सी पर किसानां ने इस नूं रद्द कर दिता।
ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰਨਾ। ਸਤਿ ਸ਼੍ਰੀ ਅਕਾਲ।